हेलो दोस्तों, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨਵੇਂ ਟੌਪਿਕ ਦੀ ਰਾਸ਼ੀਆਂ ਦੀ ਤੁਲਨਾ ਕੰਪੇਅਰਿੰਗ ਦਾ ਕੁਆਂਟੀਟੀਜ਼। ਤਾਂ ਪਹਿਲਾਂ ਆਪਾਂ ਤੁਲਨਾ ਸ਼ਬਦ ਦੀ ਗੱਲ ਕਰਦੇ ਹਾਂ। ਇਸ ਨੂੰ ਆਪਾਂ ਆਪਣੀ ਦੈਨਿਕ ਜੀਵਨ ਦੇ ਵਿੱਚ ਬੜਾ ਵਰਤੋਂ ਕਰਦੇ ਹਾਂ। ਮੇਰਾ ਤੇ ਤੁਹਾਡਾ ਭਾਰ ਕਿੰਨਾ, ਆਪਾਂ ਕਹਿੰਦੇ ਨਾ ਦੋ ਭਾਰਾਂ ਦੀ ਤੁਲਨਾ ਕੀਤੀ। ਆਪਾਂ ਘਰੇ ਆਪਣੇ ਕਹਿੰਦੇ ਨੇ ਉਹਦਾ weight ਜ਼ਿਆਦਾ ਹੈ, ਆਪਣਾ weight ਘੱਟ ਹੈ। ਜਾਂ ਹਾਈਟ, ਕਿਸੇ ਦਾ ਕੱਦ ਜ਼ਿਆਦਾ ਕਿਸੇ ਦਾ ਘੱਟ ਹੈ, ਇਹ ਕੀ ਹੋ ਗਈ ਤੁਲਨਾ। ਨੰਬਰ, ਜਦੋਂ ਤੁਹਾਡੇ ਟੈਸਟ ਹੁੰਦੇ ਨੇ, ਪੇਪਰ ਹੁੰਦੇ ਨੇ ਵੀ ਉਸ ਦੇ ਇੰਨੇ ਨੰਬਰ ਆ ਗਏ, ਮੇਰੇ ਇੰਨੇ ਨੰਬਰ ਆ ਗਏ, ਇਹ ਤੁਲਨਾ ਹੁੰਦੀ ਹੈ। ਕਲਾਸ ਦੇ ਵਿੱਚ ਲੜਕਿਆਂ ਦੀ ਗਿਣਤੀ, ਲੜਕੀਆਂ ਦੀ ਗਿਣਤੀ, ਲੜਕੇ ਲੜਕੀਆਂ ਦੀ ਗਿਣਤੀ, ਇਹ ਕੀ ਹੋ ਗਈ ਤੁਲਨਾ। ਜਦੋਂ ਆਪਾਂ ਦੋ ਰਾਸ਼ੀਆਂ ਦਾ ਆਪਸ ਦੇ ਵਿੱਚ ਕੋਈ ਰਿਲੇਸ਼ਨ ਦੇਖਦੇ ਹਾਂ, ਇਹ ਦੇਖਦੇ ਹਾਂ ਕਿਹੜੀ ਵੱਧ ਹੈ ਕਿਹੜੀ ਘੱਟ ਹੈ, ਉਹ ਕੀ ਹੁੰਦੀ ਹੈ ਤੁਲਨਾ। ਕਈ ਤਰੀਕੇ ਨਾਲ ਆਪਾਂ ਤੁਲਨਾ ਕਰਦੇ ਹਾਂ। ਤਾਂ ਆਪਣਾ ਸਭ ਤੋਂ ਪਹਿਲਾ ਜੋ ਟੌਪਿਕ ਹੈ ਇੱਥੇ ਤੁਲਨਾ ਦਾ, ਉਹ ਹੈਗਾ ਅਨੁਪਾਤ, ਰੇਸ਼ੋ। ਅਨੁਪਾਤ ਕੀ ਹੁੰਦਾ ਹੈ? ਦੋ ਰਾਸ਼ੀਆਂ ਦੀ ਤੁਲਨਾ, ਕੰਪੈਰੀਜ਼ਨ ਆਫ ਟੂ ਕੁਆਂਟੀਟੀਜ਼। ਕੀ ਹੁੰਦਾ ਉਹ? ਅਨੁਪਾਤ ਹੁੰਦਾ ਹੈ। ਕੰਪੈਰੀਜ਼ਨ ਆਫ ਟੂ ਕੁਆਂਟੀਟੀ, ਉਹ ਕੀ ਹੁੰਦਾ? ਅਨੁਪਾਤ ਹੁੰਦਾ ਹੈ, ਜਿਸ ਨੂੰ ਦੋ ਬਿੰਦੀਆਂ ਲਗਾ ਕੇ, ਕਾਲਨ ਲਗਾ ਕੇ ਇਹਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਉਦਾਹਰਨ ਆਪਾਂ ਲੈ ਕੇ ਚੱਲਦੇ ਹਾਂ। ਉਦਾਹਰਨ ਦੇ ਤੌਰ ਤੇ ਕਲਾਸ ਵਿੱਚ ਲੜਕਿਆਂ ਦੀ ਗਿਣਤੀ ਅਨੁਪਾਤ ਲੜਕੀਆਂ ਦੀ ਗਿਣਤੀ। ਤਾਂ ਜਦੋਂ ਅਨੁਪਾਤ ਸ਼ਬਦ ਪੈ ਗਿਆ ਨਾ, ਇਹਦਾ ਮਤਲਬ ਕੀ ਹੈ? ਲੜਕਿਆਂ ਦੀ ਗਿਣਤੀ ਦੀ ਤੁਲਨਾ ਆਪਾਂ ਕਿਹਦੇ ਨਾਲ ਕਰ ਰਹੇ ਹਾਂ? ਲੜਕੀਆਂ ਦੀ ਗਿਣਤੀ ਦੇ ਨਾਲ ਕਰ ਰਹੇ ਹਾਂ। ਜਦੋਂ ਸ਼ਬਦ ਪੈ ਗਿਆ, ਅਨੁਪਾਤ ਦਾ ਨਿਸ਼ਾਨ ਪੈ ਗਿਆ, ਤਾਂ ਇਹਦਾ ਮਤਲਬ ਹੀ ਇਹ ਹੈ ਕਿ ਆਪਾਂ ਇਹਨਾਂ ਦੀ ਆਪਸ ਦੇ ਵਿੱਚ ਕੀ ਕਰ ਰਹੇ ਹਾਂ? ਤੁਲਨਾ ਕਰ ਰਹੇ ਹਾਂ। ਇਹ ਦੇਖ ਰਹੇ ਹਾਂ ਕਿਹੜੀ ਵੱਧ ਹੈ ਕਿਹੜੀ ਘੱਟ ਹੈ। ਜਿਵੇਂ ਉਦਾਹਰਨ, ਕਲਾਸ ਦੇ ਵਿੱਚ 35 ਲੜਕੇ ਹੈ, 25 ਲੜਕੀਆਂ ਨੇ, ਤਾਂ ਇਹ ਹੋ ਗਿਆ 35 ਅਨੁਪਾਤ 25 ਹੋ ਗਿਆ। ਤਾਂ ਇਹ ਹੋ ਗਈ ਤੁਲਨਾ। ਤੇ ਅਨੁਪਾਤ ਦੇ ਵਿੱਚ ਕੁਝ ਕੁ ਰੂਲ ਹੁੰਦੇ ਨੇ, ਇੱਕ ਬੜੀਆਂ ਇੰਪੋਰਟੈਂਟ ਗੱਲਾਂ ਹੁੰਦੀਆਂ ਨੇ, ਕੁਝ ਕੇ ਇਸਦੇ ਨਿਯਮ ਹੁੰਦੇ ਨੇ, ਜਿਸ ਤੇ ਆਪਾਂ ਚਰਚਾ ਕਰਾਂਗੇ। ਜਦੋਂ ਅਨੁਪਾਤ ਦੀ ਆਪਾਂ ਗੱਲ ਕਰਦੇ ਹਾਂ, 35 ਅਨੁਪਾਤ 25, ਸਭ ਤੋਂ ਪਹਿਲਾ ਪੁਆਇੰਟ, ਕਿਉਂਕਿ ਇਹ ਦੋ ਤੁਲਨਾ ਹੋ ਗਿਆ, ਪਹਿਲੀ ਤੇ ਦੂਸਰੀ, ਦੋ ਆਪਣੇ ਕੋਲ ਰਾਸ਼ੀਆਂ ਹੋ ਗਈਆਂ ਨਾ, ਪਹਿਲੀ ਰਾਸ਼ੀ ਅਤੇ ਦੂਸਰੀ ਰਾਸ਼ੀ। ਦੋਨਾਂ ਰਾਸ਼ੀਆਂ ਨੂੰ ਇੱਕ ਨਿਸ਼ਚਿਤ ਰਾਸ਼ੀ ਨਾਲ ਗੁਣਾ ਜਾਂ ਵੰਡ ਕੀਤੀ ਜਾ ਸਕਦੀ ਹੈ, ਜਿਹੜੀਆਂ ਅਨੁਪਾਤ ਦੀਆਂ ਦੋਨੋਂ ਰਾਸ਼ੀਆਂ ਨੇ, ਉਹਨਾਂ ਨੂੰ ਇੱਕ ਨਿਸ਼ਚਿਤ ਰਾਸ਼ੀ, ਇੱਕ ਨਿਸ਼ਚਿਤ ਰਾਸ਼ੀ ਦਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਇੱਕ ਨਿਸ਼ਚਿਤ ਸੰਖਿਆ ਨਾਲ ਗੁਣਾ ਜਾਂ ਵੰਡ ਕੀਤੀ ਜਾ ਸਕਦੀ ਹੈ। ਮੈਂ ਇੱਥੇ ਉਦਾਹਰਨ ਆਹੀ ਲੈ ਕੇ ਚੱਲ ਰਿਹਾ। 35 ਅਨੁਪਾਤ 25, ਦੋਨੋਂ ਕਿਹੜੇ ਪਹਾੜੇ ਤੇ ਵੰਡੇ ਜਾਂਦੇ ਨੇ? 5 ਤੇ ਵੰਡੇ ਜਾਂਦੇ ਆ। ਤਾਂ ਕੀ ਕੀਤਾ? ਦੋਹਾਂ ਨੂੰ 5 ਦੇ ਨਾਲ ਵੰਡਤਾ। 35 ਵੰਡ 5, ਅਨੁਪਾਤ 25 ਵੰਡ 5। 35 ਨੂੰ 5 ਨਾਲ ਵੰਡਿਆ 7, 25 ਨੂੰ 5 ਨਾਲ ਵੰਡਿਆ 5। ਤਾਂ ਆਪਾਂ ਇੱਕ ਨਿਸ਼ਚਿਤ ਸੰਖਿਆ ਨਾਲ ਵੰਡ ਕਰ ਸਕਦੇ ਹਾਂ ਜਾਂ ਗੁਣਾ। ਮੰਨ ਲਓ ਆਪਣੇ ਕੋਲ ਹੈਗਾ 35 ਅਨੁਪਾਤ 25, ਆਪਾਂ ਦੋਹਾਂ ਪਾਸੇ 2 ਨਾਲ ਗੁਣਾ ਕਰਤੀ। 35 ਦੂਣਾ 70, 25 ਦੂਣਾ 50। ਤਾਂ ਇਹਦਾ ਮਤਲਬ ਇਹਨਾਂ ਦਾ ਜੋ ਆਨਸਰ ਹੈ ਸਹੀ ਹੈ। ਆਪਾਂ ਜੋੜ ਘਟਾ ਨਹੀਂ ਕਰ ਸਕਦੇ, ਸਿਰਫ ਮੈਂ ਗੱਲ ਕੀਤੀ ਹੈ ਗੁਣਾ ਜਾਂ ਵੰਡ ਦੀ ਗੱਲ ਕੀਤੀ ਹੈ ਕਿ ਆਪਾਂ ਗੁਣਾ ਜਾਂ ਵੰਡ ਕਰ ਸਕਦੇ। ਦੂਸਰਾ ਨਿਯਮ ਕੀ ਕਹਿੰਦਾ ਹੈ? ਜੋ ਅਨੁਪਾਤ ਹੈ, ਅਨੁਪਾਤ ਹਮੇਸ਼ਾ ਮਿਆਰੀ ਰੂਪ, ਜਿਹਨੂੰ ਬੋਲਦੇ ਆ ਸਰਲਤਮ ਰੂਪ,
ਵਿੱਚ ਹੁੰਦਾ ਹੈ। ਹੁਣ क्वेश्चन ਇਹ उठदा है सरलतम रूप ਕਿਹੜਾ ਹੈ, ਮਿਆਰੀ रूप ਕਿਹੜਾ ਹੈ। ਹੁਣ ਸਵਾਲ ਇਹ उठदा ਆਪਣੇ ਕੋਲ सरलतम रूप ਕੀ ਹੁੰਦਾ ਹੈ। उदाहरण मैं एक उदाहरण ले रहा इत्थे 4:6, 15:25, 16:28। मैं और तीन उदाहरण ली है। ये म्यारी या सरलतम रूप का की मतलब होंदा है, ਜਿਹੜੀਆਂ ਆ दो संख्यावां ने, दो ਆਪਾਂ ਨੂੰ ਰਕਮਾਂ ਦਿੱਤੀਆਂ ਹੋਈਆਂ, दो ਰਾਸ਼ੀਆਂ ਦਿੱਤੀਆਂ ਹੋਈਆਂ, ਇਹ ਚੈੱਕ ਕਰੋ ਕਿਸੇ ਪਹਾੜ ਤੇ ਵੰਡੀਆਂ ਜਾਂਦੀਆਂ ਨੇ। ਜੇ ਤਾਂ ਇਹ ਵੰਡੀਆਂ ਜਾਂਦੀਆਂ ਤਾਂ ਇਹਦੀ ਵੰਡ ਕਰੋ, ਅਗਰ ਇਹ ਵੰਡੀਆਂ ਨਹੀਂ ਜਾਂਦੀਆਂ ਤਾਂ ਇਹਦਾ ਮਤਲਬ ਉਹ ਮਿਆਰੀ ਰੂਪ ਹੈ। ਹੁਣ ਇਹ ਦੇਖੋ, ਇਹ ਦੋਨੇ ਦੋ ਨਾਲ ਵੰਡੀਆਂ ਜਾਂਦੀਆਂ, ਦੋ ਨਾਲ ਵੰਡਣ ਤੇ ਜਦੋਂ ਇਹਨੂੰ ਦੋ ਨਾਲ ਵੰਡਿਆ, ਕਿਉਂਕਿ ਆਪਾਂ ਪਹਿਲੇ ਰੂਲ 'ਚ ਇਹ ਗੱਲ ਕੀਤੀ ਹੈ, ਆਪਾਂ ਇੱਕ ਨਿਸ਼ਚਿਤ ਸੰਖਿਆ ਨਾਲ ਦੋਹਾਂ ਰਾਸ਼ੀਆਂ ਦੀ ਗੁਣਾ ਅਤੇ ਵੰਡ ਕਰ ਸਕਦੇ ਹਾਂ। 4 ਨੂੰ 2 ਨਾਲ ਵੰਡਿਆ, 2 दूनी 4, 6 ਨੂੰ 2 ਨਾਲ ਵੰਡਿਆ, 3 दूना 6, ਤਾਂ ਆਪਣੇ ਕੋਲ ਕਿੰਨਾ ਆਨਸਰ ਆ ਗਿਆ ਇਹਦਾ 2:3। ਹੁਣ ਇਹ ਦੋਨੋਂ ਕਿਸੇ ਪਹਾੜ ਤੇ ਨਹੀਂ ਵੰਡੀਆਂ ਜਾਂਦੀਆਂ ਤਾਂ ਇਹਦਾ ਮਤਲਬ ਇਹ ਇਹਦਾ ਮਿਆਰੀ ਰੂਪ ਹੈ, ਸਰਲਤਮ ਰੂਪ ਹੈ, ਸਟੈਂਡਰਡ ਰੂਪ ਹੈ, ਜਾਂ ਕਈ ਵਾਰ ਇਹਨੂੰ ਮਾਨਕ ਰੂਪ ਵੀ ਕਿਹਾ ਜਾਂਦਾ ਹੈ। ਇੱਥੇ ਦੇਖੋ 15 ਤੇ 25 ਦੋਨੋਂ ਕਿਹੜੇ ਪਹਾੜ ਤੇ ਵੰਡੇ ਗਏ, 5 ਤੇ। 5 ਨਾਲ ਵੰਡਣ ਤੇ 15 ਨੂੰ 5 ਨਾਲ ਵੰਡਿਆ, 25 ਨੂੰ 5 ਨਾਲ ਵੰਡਿਆ। 5 ਦੇ ਕਿਹੜੇ ਪਹਾੜ ਤੇ 15 ਆਉਂਦਾ, 3 ਤੇ। 5 ਦੇ ਕਿਹੜੇ ਪਹਾੜ ਤੇ 25 ਆਉਂਦਾ, 5। ਹੁਣ ਇਹ ਦੋਨੋਂ ਕਿਸੇ ਪਹਾੜ ਤੇ ਨਹੀਂ ਵੰਡੇ ਜਾਂਦੇ ਤਾਂ ਜੋ ਆਪਣਾ ਆਨਸਰ ਆ ਗਿਆ 3:5। ਤਾਂ ਇਹਦਾ ਮਤਲਬ ਕੀ ਹੈ, अपना असल आंसर आ होगा, आ नहीं होना। तुसी जदों भी क्वेश्चन चैक करोगे तो जेडे आंसर होणगे तो तुहानूं सरलतम रूप च मिलणगे हमेशा। इधर मैं उदाहरण लै रहा, 16 ਅਤੇ 28 दोनों किहड़े पहाड़ ते वंडे गए, 2 ते। आपां इहनूं 2 ते वंडिया, 2 दे किहड़े पहाड़ ते 16 आ रहा, 8 ते। 2 दे किहड़े पहाड़ ते 28, 14। हुण दोबारा देखो कि ये किसी होर पहाड़ ते वंडे जाते हैं, 8 ते 14। हाँ, दोबारा फिर 2 ते वंडे जाते हैं, तो इन्हूं 2 ते फिर वंडो। अनुपात 14:2, इनू वंडिया 4, इनू वंडिया 7। हुण किसी भी पहाड़े ते नहीं वंडे जाते तो यह हो गया इहदा मियारी रूप, सरलतम रूप। तो जो क्वेश्चन आऊगा अनुपात पता करो तो आपां हमेशा इनू मियारी रूप च कढना है। उत्थे कदे भी नहीं लिखिया होना कि आ मियारी रूप है, तुसीं इनू ऑटोमैटिकली हल करना है। आपां उदाहरणां च डिटेल च गल करांगे। अगले रूल की यदि गल करते हैं, थर्ड रूल की, जो बड़ा इंपॉर्टेंट है, अनुपात समय ਜਿਹੜੀਆਂ ਰਾਸ਼ੀਆਂ ਦੀਆਂ ਇਕਾਈਆਂ ਹੁੰਦੀਆਂ ਨੇ, ਇਕਾਈਆਂ ਬਰਾਬਰ ਹੋਣੀਆਂ ਚਾਹੀਦੀਆਂ ਨੇ। ਮਤਲਬ ਆਪਾਂ ਗੱਲ ਕੀਤੀ ਸੀ ਜਦੋਂ ਆਪਾਂ ਦੋ ਬੰਦਿਆਂ ਦੇ ਭਾਰ ਦੀ ਤੁਲਨਾ ਕਰਨੀ ਹੈ ਤਾਂ ਤੁਲਨਾ ਤਾਂ ਇਹਨੂੰ ਜਾਂ ਦੋਹਾਂ ਦਾ ਭਾਰ ਕਿਲੋਗ੍ਰਾਮ 'ਚ ਹੋਣਾ ਚਾਹੀਦਾ ਇੱਕ ਇਕਾਈ 'ਚ, ਜਾਂ ਦੋਹਾਂ ਦਾ ਗ੍ਰਾਮ 'ਚ ਹੋਣਾ ਚਾਹੀਦਾ, ਜਾਂ ਦੋਹਾਂ ਦਾ ਮਿਲੀਗ੍ਰਾਮ 'ਚ ਹੋਣਾ ਚਾਹੀਦਾ। ਜੇ ਆਪਾਂ ਕੋਈ ਛੋਟੀ ਚੀਜ਼ ਦੀ ਗੱਲ ਕਰਦੇ ਹਾਂ ਭਾਰ ਦੀ, ਤਾਂ ਜਿਹੜਾ ਭਾਰ ਹੈ ਉਹ ਇਕਾਈ। ਅਗਰ ਆਪਾਂ ਕੱਦ ਦੀ ਗੱਲ ਕਰਦੇ ਹਾਂ, ਜੇ ਇੱਕ ਦਾ ਸੈਂਟੀਮੀਟਰ 'ਚ ਲੈ ਕੇ ਚੱਲ ਰਹੇ ਹਾਂ, ਦੂਸਰੇ ਦਾ ਵੀ ਸੈਂਟੀਮੀਟਰ 'ਚ ਹੋਣਾ ਚਾਹੀਦਾ। ਇੱਕ ਦਾ ਆਪਾਂ ਇੰਚਾਂ 'ਚ ਲੈ ਕੇ ਚੱਲ ਰਹੇ ਹਾਂ, ਦੂਸਰੇ ਦਾ ਵੀ ਫਿਰ ਇੰਚਾਂ 'ਚ ਹੋਣਾ ਚਾਹੀਦਾ। ਤਾਂ ਜੋ ਇਕਾਈ ਹੈ ਉਹਨੂੰ ਆਪਾਂ ਕੀ ਰੱਖਣਾ ਹੈ, ਸੇਮ ਰੱਖਣਾ ਹੈ। ਜੋ ਇਕਾਈਆਂ ਨੇ ਉਹ ਕੀ ਹੋਣੀਆਂ ਚਾਹੀਦੀਆਂ ਨੇ, ਬਰਾਬਰ ਹੋਣੀਆਂ ਚਾਹੀਦੀਆਂ ਨੇ। ਉਦਾਹਰਨ 3 रुपए ਦਾ 20 पैसा है ना। देखो मैं एक उदाहरण लेके चल रहा, 5 मीटर का 150 सेंटीमीटर तो इत्थे आपां 2 उदाहरण लेके चल रहे हैं। इत्थे आपां रुपए देते, इत्थे पैसे। तो सौखा करने लिए कोशिश करो जिहड़ी वड्डी क्वांटिटी हुंदी है उहनूं छोटी दे विच बदल दो। इत्थे रुपए है तो 1 रुपए दे विच किन्ने पैसे हुंदे ने, 100 पैसे है ना। तो 3 दे विच किन्ने होणगे फिर 300।
ਤਾਂ ਹੁਣ ਇੱਥੇ ਵੀ ਪੈਸੇ ਹੋ ਗਏ, ਇੱਥੇ ਵੀ ਕੀ ਹੋ ਗਏ, ਪੈਸੇ ਹੋ ਗਏ। ਹੁਣ ਇਹਨੂੰ ਆਪਾਂ ਹੱਲ ਕਰ ਸਕਦੇ ਹਾਂ। ਤਾਂ ਜੋ ਇਕਾਈਆਂ ਨੇ ਆਪਾਂ ਕੀ ਕਰਨੀਆਂ ਨੇ, ਬਰਾਬਰ। ਸੇਮ ਹੈ ਇੱਥੇ, ਇਹਨੂੰ ਆਪਾਂ ਬਾਅਦ 'ਚ ਹੱਲ ਕਰਦੇ ਹਾਂ। ਇੱਥੇ ਮੀਟਰ ਹੈ, ਇੱਥੇ ਸੈਂਟੀਮੀਟਰ ਹੈ। 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦਾ ਹੈ ਨਾ, ਤਾਂ 5 ਮੀਟਰ ਦੇ ਵਿੱਚ ਕਿੰਨਾ ਹੋ ਗਿਆ, 500 ਸੈਂਟੀਮੀਟਰ। ਇੱਥੇ ਵੀ ਕੀ ਆ ਆਪਣੇ ਕੋਲੇ, ਸੈਂਟੀਮੀਟਰ। ਤੇ ਹੁਣ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ। ਤੇ ਹੱਲ ਦੇ ਲਈ ਫਿਰ ਆਹ ਪ੍ਰੋਪਰਟੀ, ਕਿਉਂਕਿ ਤਾਂ ਹੀ ਮੈਂ ਇਹਨੂੰ ਮਿਟਾਇਆ ਨਹੀਂ, ਇਹ ਆਪਾਂ ਨੂੰ ਕਿਸ ਰੂਪ 'ਚ ਚਾਹੀਦੇ ਨੇ, ਮਿਆਰੀ ਰੂਪ 'ਚ। ਇੱਥੇ ਇੱਕ ਸੌਖੀ ਚੀਜ਼ ਤੁਸੀਂ ਕਰ ਸਕਦੇ ਹੋ, ਜਦੋਂ ਪਿੱਛੇ 0 ਆ ਗਈ ਆਪਾਂ ਇੱਕ ਡਾਇਰੈਕਟ 0 ਕੱਟ ਸਕਦੇ ਹਾਂ। ਕਿਉਂ? ਕਿਉਂਕਿ ਡਾਇਰੈਕਟ 0 ਕੱਟਣ ਦਾ ਮਤਲਬ ਅਸਲ ਦੇ ਵਿੱਚ ਆਪਾਂ ਇਹਦੀ ਡਾਇਰੈਕਟ 10 ਦੇ ਨਾਲ ਕੀ ਕਰਤੀ, ਵੰਡ ਕਰਤੀ। ਅਗਰ 2-2 0 ਹੋਣਗੇ ਆਪਾਂ ਦੋਨੋਂ 0 ਕੱਟ ਦਾਂਗੇ, ਕਿਉਂਕਿ ਉਹਦਾ ਮਤਲਬ ਕੀ ਹੋ ਗਿਆ, ਆਪਾਂ 100 ਨਾਲ ਵੰਡ ਕਰਤੀ। ਸੇਮ ਇੱਥੇ ਦੇਖੋ, 1 0 ਇੱਥੇ, 1 0 ਇਹ ਆਪਾਂ ਕੱਟਤੀ। ਕਿਉਂ ਕੱਟੀ ਗਈ? ਅਸਲ ਦੇ ਵਿੱਚ ਇਹਦਾ ਮਤਲਬ ਕੀ ਹੋ ਗਿਆ, ਆਪਾਂ ਇਹਨੂੰ 10 ਦੇ ਨਾਲ ਕੀ ਕਰਤਾ, ਵੰਡ ਕਰਤਾ। ਤਾਂ ਇਹ ਆਰਾਮ ਨਾਲ ਕੀਤੀ ਜਾ ਸਕਦੀ ਹੈ। ਤਾਂ ਹੁਣ ਪਿੱਛੇ ਦੇਖੋ ਆਪਣੇ ਕੋਲ ਕੀ ਬਚ ਗਿਆ, 30:2। ਤਾਂ ਹੁਣ ਕੀ ਇਹ ਦੋਨੇ ਸੰਖਿਆਵਾਂ ਕਿਸੇ ਹੋਰ ਪਹਾੜ ਤੇ ਵੰਡੀਆਂ ਜਾਂਦੀਆਂ ਨੇ? ਹਾਂ, ਇਹ 2 ਤੇ ਵੰਡੀਆਂ ਜਾਂਦੀਆਂ। ਇਹਨੂੰ 2 ਤੇ ਵੰਡਿਆ, 2 ਨਾਲ ਵੰਡਣ ਤੇ, ਇਹਨੂੰ 2 ਨਾਲ ਵੰਡਿਆ 15, ਇਹਨੂੰ 2 ਨਾਲ ਵੰਡਿਆ 1। ਤਾਂ ਜੋ ਆਪਣਾ ਆਨਸਰ ਆ ਗਿਆ ਉਹ ਕੀ ਆ ਗਿਆ, 15:1। ਕਿਉਂ ਆ ਗਿਆ? ਕਿਉਂਕਿ ਇਹ ਅੱਗੇ ਨਹੀਂ ਵੰਡਿਆ ਜਾਂਦਾ। ਇਹਨੂੰ ਆਪਾਂ 10 ਨਾਲ ਵੰਡਿਆ, 50:15 ਬਚ ਗਿਆ। ਇਹ ਦੋਨੋਂ ਕਿਹੜੇ ਪਹਾੜੇ ਤੇ ਵੰਡੇ ਜਾਂਦੇ ਆ, 50 ਤੇ 15? 5 ਤੇ। 5 ਨਾਲ ਵੰਡਣ ਤੇ, ਇਹਨੂੰ 5 ਨਾਲ ਵੰਡਿਆ 10, ਇਹਨੂੰ 5 ਨਾਲ ਵੰਡਿਆ 3। ਇਦੋਂ ਬਾਅਦ ਇਹ ਦੋਨੋਂ ਕਿਸੇ ਵੀ ਪਹਾੜੇ ਤੇ ਨਹੀਂ ਵੰਡੇ ਜਾਂਦੇ। ਤਾਂ ਇਹਦਾ ਮਤਲਬ ਆਪਣੇ ਕੋਲ ਕੀ ਆ ਗਿਆ, ਆਨਸਰ ਆ ਗਿਆ। ਤਾਂ ਅਨੁਪਾਤ ਦੇ ਆਹ 3 ਨਿਯਮ ਨੇ ਜਿਸ ਤੇ ਆਪਾਂ ਗੱਲ ਕਰਨੀ ਹੈ। ਪਹਿਲਾ ਨਿਯਮ, ਅਨੁਪਾਤ ਦੀਆਂ ਦੋਹਾਂ ਰਾਸ਼ੀਆਂ ਨੂੰ ਆਪਾਂ ਇੱਕ ਨਿਸ਼ਚਿਤ ਸੰਖਿਆ ਦੇ ਨਾਲ ਗੁਣਾ ਜਾਂ ਵੰਡ ਕਰ ਸਕਦੇ ਹਾਂ। ਨੰਬਰ 2, ਅਨੁਪਾਤ ਦਾ ਹਮੇਸ਼ਾ ਕਿਸ ਰੂਪ 'ਚ ਹੋਣਾ ਚਾਹੀਦਾ ਹੈ, ਮਿਆਰੀ ਰੂਪ 'ਚ ਹੋਣਾ ਚਾਹੀਦਾ ਹੈ। ਨੰਬਰ 3, ਅਨੁਪਾਤ ਦੇ ਸਮੇਂ ਜਿਹੜੀਆਂ ਇਕਾਈਆਂ ਨੇ ਉਹ ਕੀ ਹੋਣੀਆਂ ਚਾਹੀਦੀਆਂ ਨੇ, ਬਰਾਬਰ ਹੋਣੀਆਂ ਚਾਹੀਦੀਆਂ ਨੇ। ਤਾਂ ਮੈਂ ਕੁਝ ਉਦਾਹਰਨਾਂ ਲੈ ਕੇ ਆਪਾਂ ਇਹਨੂੰ ਹੁਣ ਹੱਲ ਕਰ ਰਹੇ ਹਾਂ। ਉਦਾਹਰਨ ਲੈ ਕੇ ਚੱਲਦੇ ਹਾਂ ਆਪਾਂ। ਅਨੁਪਾਤ ਪਤਾ ਕਰੋ। ਪਹਿਲੀ ਉਦਾਹਰਨ, 5 ਰੁਪਏ ਦਾ 50 ਪੈਸੇ ਨਾਲ। ਦੂਸਰੀ ਉਦਾਹਰਨ, 9 ਮੀਟਰ ਦਾ 27 ਸੈਂਟੀਮੀਟਰ ਨਾਲ। 2 ਉਦਾਹਰਨਾਂ ਮੈਂ ਇੱਥੇ ਲਿਖ ਰਿਹਾ। ਤਾਂ ਜੋ ਪਤਾ ਕਰਨਾ ਆਪਾਂ ਇਹਨਾਂ ਦੋਹਾਂ ਦਾ, ਸਭ ਤੋਂ ਪਹਿਲਾਂ ਇਕਾਈਆਂ ਦੇਖੋ। ਇੱਥੇ ਰੁਪਏ ਹੈ, ਇੱਥੇ ਕੀ ਹੈ, ਪੈਸੇ। ਤੇ ਆਪਣੇ ਤੀਜਾ ਰੂਲ ਕੀ ਕਹਿ ਰਿਹਾ ਸੀ, ਇਕਾਈਆਂ ਕੀ ਕਰਨੀਆਂ ਆਪਾਂ, ਬਰਾਬਰ ਕਰਨੀ ਹੈ। 1 ਰੁਪਏ ਦੇ ਵਿੱਚ ਕਿੰਨੇ ਪੈਸੇ ਹੋ ਗਏ, 100 ਪੈਸੇ। ਤਾਂ ਜੋ 5 ਰੁਪਏ ਵਾਲਾ ਹੈ, 5 ਰੁਪਏ ਦੀ ਜਗ੍ਹਾ ਕਿੰਨੇ ਹੋ ਗਏ ਫਿਰ, 500 ਪੈਸੇ ਦੀ ਤੁਲਨਾ ਅਸਲ ਦੇ ਵਿੱਚ ਆਪਾਂ ਹੁਣ ਕਿਹਦੇ ਨਾਲ ਕਰਨੀ ਹੈ, 50 ਪੈਸੇ ਨਾਲ। ਠੀਕ ਹੋ ਗਈ ਨਾ। ਤਾਂ ਸਭ ਤੋਂ ਪਹਿਲਾਂ ਕੀ ਕਰਨੀ ਆਪਾਂ, ਇਕਾਈਆਂ ਬਰਾਬਰ ਹੋ ਗਈਆਂ। ਤਾਂ ਫਿਰ ਕੀ ਰਹਿ ਗਿਆ ਆਪਣੇ ਕੋਲੇ, 500 ਤੇ 50। ਤੇ ਆਪਾਂ ਜੋ ਲਾਸਟ 'ਚ ਗੱਲ ਕੀਤੀ ਸੀ, ਅਗਰ ਪਿੱਛੇ ਇੱਕ 0 ਆ ਗਈ, 0 ਨੂੰ ਕੱਟ ਦਿਓ। ਕਿਉਂ ਕੱਟ ਦਿਓ? ਕਿਉਂਕਿ ਇਹਦਾ ਅਸਲ ਮਤਲਬ ਕੀ ਹੁੰਦਾ ਹੈ, ਇਹ 10 ਨਾਲ ਵੰਡਿਆ ਗਿਆ। ਅਸਲ ਇਹਦਾ ਮਤਲਬ ਕੀ ਹੁੰਦਾ ਹੈ, ਇਹ 10 ਦੇ ਨਾਲ ਵੰਡਿਆ ਗਿਆ। ਪਿੱਛੇ ਕੀ ਬਚ ਗਿਆ ਆਪਣੇ ਕੋਲੇ, 50:5। ਹੁਣ ਇੱਕ ਰਾਸ਼ੀ 50 ਆ ਗਈ, ਇੱਕ 5 ਆ ਗਈ। ਇਹ ਦੋਨੋਂ ਕਿਹੜੇ ਪਹਾੜੇ ਤੇ ਵੰਡੇ ਗਏ, ਚੈੱਕ ਕਰੋ, 5 ਤੇ। 5 ਨਾਲ ਵੰਡਣ ਤੇ, ਇਹਨੂੰ 5 ਨਾਲ ਵੰਡਿਆ 10, ਇਹਨੂੰ 5 ਨਾਲ ਵੰਡਿਆ 1। ਤਾਂ ਹੱਲ ਕੀਤਾ, ਆਪਣੇ ਕੋਲੇ ਆਨਸਰ ਕਿੰਨਾ ਆ ਗਿਆ, 10:1। ਉਧਰ ਚੱਲਦੇ ਆ। ਕੁਐਸਚਨ ਹੈ ਅਗਲਾ, 9 ਮੀਟਰ ਦਾ 27 ਸੈਂਟੀਮੀਟਰ ਦੇ ਨਾਲ ਅਨੁਪਾਤ ਪਤਾ ਕਰਨਾ ਹੈ। ਤੇ ਸਭ ਤੋਂ ਪਹਿਲਾ ਸਿਸਟਮ ਕੀ ਹੋ ਗਿਆ, ਇੱਥੇ ਮੀਟਰ ਆ ਗਿਆ। ਤਾਂ ਆਪਾਂ ਇਕਾਈਆਂ ਨੂੰ ਬਦਲਾਂਗੇ, ਕਿਉਂਕਿ ਇੱਥੇ ਸੈਂਟੀਮੀਟਰ ਹੈ। ਵੱਡੀ ਇਕਾਈ ਬਦਲੋ। 1 ਮੀਟਰ ਦੇ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਨੇ, 100 ਸੈਂਟੀਮੀਟਰ, ਹੈ ਨਾ।
ਤਾਂ ਫਿਰ 9 ਮੀਟਰ ਦੇ ਵਿੱਚ ਕਿੰਨੇ ਹੋ ਗਏ 900 ਸੈਂਟੀਮੀਟਰ। ਤਾਂ ਫਿਰ ਆਪਾਂ ਕੀ ਕਰਨਾ ਹੈ 900 ਸੈਂਟੀਮੀਟਰ ਦਾ 27 ਸੈਂਟੀਮੀਟਰ ਦੇ ਨਾਲ ਅਨੁਪਾਤ ਪਤਾ ਕਰਨਾ ਹੈ। ਇਕਾਈਆਂ ਕੀ ਹੋ ਗਈਆਂ ਸੇਮ। ਹੁਣ ਆਪਾਂ ਇਹਨੂੰ ਕੀ ਕਰਦੇ ਹਾਂ ਹੱਲ ਕਰਦੇ ਹਾਂ। ਦੋनों ਕਿਹੜੇ ਪਹਾੜ ਦੇ ਵੰਡੇ ਗਏ ਚੈੱਕ ਕਰਕੇ ਦੇਖੋ। अगर सीधा भी चेक कर सकते हो तो आराम ਨਾਲ ਆਪਾਂ ਚੈੱਕ ਕਰ ਸਕਦੇ दोनों 9 ਦੇ ਪਹਾੜੇ ਤੇ ਵੰਡੇ ਗਏ। ਦੇਖੋ ਧਿਆਨ ਨਾਲ ਵੰਡੇ ਗਏ ਨਾ 9 ਨਾਲ ਵੰਡਣ ਤੇ ਇਹਨੂੰ 9 ਨਾਲ ਵੰਡਿਆ 100 ਇਹਨੂੰ 9 ਨਾਲ ਵੰਡਿਆ 3। ਹੁਣ ਇਹ ਇਸ ਤੋਂ ਬਾਅਦ ਕਿਸੇ ਵੀ ਹੋਰ ਪਹਾੜੇ ਤੇ ਨਹੀਂ ਵੰਡੇ ਜਾਂਦੇ ਕਿਉਂਕਿ 100 ਤੇ 3 ਦੋਨੋਂ ਕਿਸੇ ਵੀ ਇੱਕ ਪਹਾੜੇ ਤੇ ਨਹੀਂ ਵੰਡੇ ਜਾਂਦੇ। ਤਾਂ ਆਪਣਾ ਆंसर ਕਿੰਨਾ ਆ ਗਿਆ 100 ਅਨੁਪਾਤ 3। ਹੋਰ ਉਦਾਹਰਨ ਲੈ ਕੇ ਚੱਲਦੇ ਆਪਾਂ ਅੱਗੇ। ਕੁਝ ਕੁ ਉਦਾਹਰਨਾਂ ਹੋਰ ਲੈਣੇ ਆ ਕੁਐਸਚਨ ਨੂੰ ਸੌਖਾ ਕਰਨ ਦੇ ਲਈ। 3 ਦਿਨਾਂ ਦਾ 30 ਘੰਟਿਆਂ ਦਾ। ਹੁਣ ਜੋ ਆਪਾਂ ਤੁਲਨਾ ਕਰਨੀ ਹੈ ਆਪਾਂ ਇਹਦੀ ਕਰਨੀ ਹੈ 3 ਦਿਨਾਂ ਦੀ 30 ਘੰਟਿਆਂ ਦੇ ਨਾਲ। ਤੇ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਆ ਇਕਾਈਆਂ ਇੱਥੇ ਦਿਨ ਹੈ ਇੱਥੇ ਕੀ ਹੈ ਆਪਣੇ ਕੋਲੇ ਘੰਟੇ ਹੈ। ਤਾਂ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਵੱਡੇ ਨੂੰ ਵੱਡਾ ਆਪਣੇ ਕੋਲ ਕੀ ਹੈ ਦਿਨ ਹੈ। ਤੇ ਇੱਕ ਦਿਨ ਦੇ ਵਿੱਚ ਕਿੰਨੇ ਘੰਟੇ ਹੁੰਦੇ ਨੇ 24 ਘੰਟੇ। ਤਾਂ 3 ਦਿਨਾਂ 'ਚ ਫਿਰ ਕਿੰਨੇ ਹੋਣਗੇ 3 ਗੁਣਾ 24 24 ਦੀ 3 ਨਾਲ ਗੁਣਾ ਕੀਤੀ ਕਿੰਨਾ ਆ ਗਿਆ 72 ਘੰਟੇ। ਤਾਂ ਫਿਰ ਅਸਲ 'ਚ ਆਪਾਂ ਕੀ ਕਰਨਾ ਹੈ 3 ਦਿਨਾਂ ਦੀ ਜਗ੍ਹਾ ਤੇ ਕੀ ਆ ਗਿਆ 72 ਘੰਟਿਆਂ ਦਾ 30 ਘੰਟਿਆਂ ਨਾਲ ਅਨੁਪਾਤ ਪਤਾ ਕਰਨਾ ਹੈ ਨਾ। ਇਕਾਈ ਹੋ ਗਈ ਸੇਮ। ਹੁਣ ਆਪਾਂ ਕੀ ਕਰਾਂਗੇ ਅਨੁਪਾਤ ਪਤਾ ਕਰਾਂਗੇ। ਕਿਸ ਰੂਪ 'ਚ ਲੈ ਕੇ ਆਵਾਂਗੇ ਉਹਨੂੰ ਸਰਲਤਮ ਰੂਪ ਦੇ ਵਿੱਚ ਲੈ ਕੇ ਆਵਾਂਗੇ। ਦੋਨੋਂ ਕਿਹੜੇ ਪਹਾੜ ਤੇ ਵੰਡੇ ਗਏ ਦੇਖੋ ਦੋਨੇ ਕਿਉਂਕਿ ਜੋਟੇ ਦੀਆਂ ਸੰਖਿਆਵਾਂ ਨੇ 2 ਨਾਲ ਵੰਡੇ ਗਏ। 2 ਨਾਲ ਵੰਡਣ ਤੇ ਇਹਨੂੰ ਵੰਡਾਂਗੇ 36 ਇਹਨੂੰ ਵੰਡਾਂਗੇ 15। ਹੁਣ ਇੱਕ ਜੋਟੇ ਦੀ ਇੱਕ ਕਲੀ ਦੀ ਹੈ 2 ਨਾਲ ਨਹੀਂ ਵੰਡਿਆ ਜਾਂਦਾ। ਦੋਨੇ ਧਿਆਨ ਨਾਲ ਦੇਖੋ 3 ਨਾਲ ਵੰਡੇ ਜਾਣਗੇ। 3 ਨਾਲ ਵੰਡਣ ਤੇ 36 ਨੂੰ 3 ਨਾਲ ਵੰਡਿਆ 12 ਇਹਨੂੰ ਵੰਡਿਆ 5। ਇਸ ਤੋਂ ਬਾਅਦ ਇਹ ਦੋਨੋਂ ਕਿਸੇ ਵੀ ਪਹਾੜੇ ਤੇ ਨਹੀਂ ਵੰਡੇ ਜਾਂਦੇ। ਤਾਂ ਆਪਣਾ ਆंसर ਕਿੰਨਾ ਆ ਗਿਆ 12 ਅਨੁਪਾਤ 5। ਇੱਕ ਉਦਾਹਰਨ ਆਪਾਂ ਹੋਰ ਆਪਾਂ weight ਦੀ ਉਦਾਹਰਨ ਲੈ ਕੇ ਚੱਲਦੇ ਹਾਂ। 1.5 ਕਿਲੋਗ੍ਰਾਮ ਦਾ 750 ਗ੍ਰਾਮ ਨਾਲ ਇੱਥੇ ਇਕਾਈ ਕੀ ਆ ਗਈ ਕਿਲੋਗ੍ਰਾਮ ਇੱਥੇ ਇਕਾਈ ਕੀ ਆ ਗਈ ਗ੍ਰਾਮ। ਤਾਂ 1 ਕਿਲੋਗ੍ਰਾਮ ਆਪਾਂ ਨੂੰ ਪਤਾ ਹੈ ਕਿਹਦੇ ਬਰਾਬਰ ਹੁੰਦਾ ਹੈ 1000 ਗ੍ਰਾਮ ਦੇ। ਤੇ ਆਪਣੇ ਕੋਲ ਕਿੰਨੇ ਕਿਲੋਗ੍ਰਾਮ ਹੈ 1.5 ਕਿਲੋਗ੍ਰਾਮ। ਤਾਂ 1.5 ਦੀ ਗੁਣਾ ਹੋ ਗਈ 1000 ਨਾਲ। ਕਿਉਂਕਿ ਇੱਥੇ ਦਸ਼ਮਲਵ ਹੈ ਤਾਂ ਦਸ਼ਮਲਵ ਹਟਾ ਕੇ ਇੱਕ ਅੰਕ ਹੈ ਆਪਾਂ ਨੀਚੇ 0 ਲਗਾ ਸਕਦੇ ਹਾਂ। 1 0 ਨਾਲ 1 0 ਕੱਟ ਗਈ ਤਾਂ ਇਹ ਕਿੰਨੇ ਗ੍ਰਾਮ ਆ ਗਿਆ 1500 ਗ੍ਰਾਮ। ਤਾਂ ਫਿਰ ਆਪਣਾ ਕੁਐਸਚਨ ਕੀ ਬਣ ਗਿਆ ਆਪਾਂ 1.5 ਕਿਲੋਗ੍ਰਾਮ ਦੀ ਥਾਂ ਤੇ 1.5 ਕਿਲੋਗ੍ਰਾਮ ਦੀ ਥਾਂ ਤੇ 1500 ਗ੍ਰਾਮ ਦਾ ਅਨੁਪਾਤ ਪਤਾ ਕਰਨਾ ਹੈ। ਕਿਹਦੇ ਨਾਲ ਕਰਨਾ ਹੈ 750 ਗ੍ਰਾਮ ਦੇ ਨਾਲ। ਤਾਂ ਫਿਰ ਇਕਾਈਆਂ ਹੋ ਗਈਆਂ ਸੇਮ 1500 ਦੀ ਕੀਤੀ 750 ਨਾਲ। ਪਿੱਛੇ ਇੱਕ 0 ਆਪਾਂ ਗੱਲ ਕੀਤੀ ਸੀ ਸਿੱਧੀ ਕੱਟ ਸਕਦੇ ਹਾਂ। ਹੁਣ ਆਪਣੇ ਕੋਲ ਕਿੰਨਾ ਰਹਿ ਗਿਆ 150 ਅਨੁਪਾਤ 75। ਇਹ ਦੋਨੋਂ ਕਿਹੜੇ ਪਹਾੜੇ ਤੇ ਵੰਡੇ ਗਏ ਦੇਖੋ 5 ਤੇ। 5 ਨਾਲ ਵੰਡਣ ਤੇ ਇਹਨੂੰ 5 ਨਾਲ ਵੰਡਿਆ 30 ਇਹਨੂੰ 5 ਨਾਲ ਵੰਡਿਆ 15। ਦੁਬਾਰਾ ਫਿਰ ਦੋਨੋਂ ਕਿਹੜੇ ਪਹਾੜ ਤੇ ਵੰਡੇ ਗਏ 5 ਤੇ। 5 ਨਾਲ ਵੰਡਣ ਤੇ ਇਹਨੂੰ 5 ਤੇ ਵੰਡਿਆ 6 ਇਹਨੂੰ 5 ਤੇ ਵੰਡਿਆ 3। ਹੁਣ ਇਹ ਦੋਨੋਂ ਕਿਹੜੇ ਪਹਾੜ ਤੇ ਵੰਡੇ ਗਏ 3। ਇਹ ਆਪਾਂ ਉਦੋਂ ਤੱਕ ਇਹ ਪ੍ਰੋਸੈਸ ਕਰੀ ਜਾਣਾ ਹੈ ਆਪਾਂ ਇੱਕ ਸੰਖਿਆ ਨਾਲ ਵੰਡੀ ਜਾਣਾ ਹੈ ਜਦੋਂ ਤੱਕ ਇਹ ਸਰਲਤਮ ਰੂਪ 'ਚ ਨਹੀਂ ਆ ਜਾਂਦੇ। ਇਹ ਕਿੰਨਾ ਆ ਗਿਆ 2 ਇਹ ਕਿੰਨਾ ਆ ਗਿਆ 1। ਹੁਣ ਇਹ ਨਹੀਂ ਵੰਡੇ ਜਾਂਦੇ ਤਾਂ ਜਿਹੜਾ ਆਪਣਾ ਆंसर ਹੈ ਉਹ ਕੀ ਆ ਗਿਆ 2 ਅਨੁਪਾਤ 1 ਆ ਗਿਆ। ਇੱਕ ਲਾਸਟ ਉਦਾਹਰਨ ਆਪਾਂ ਅਨੁਪਾਤ ਦੀ ਇਹਦੀ ਹੋਰ ਲੈ ਕੇ ਚੱਲਦੇ ਹਾਂ। ਉਦਾਹਰਨ ਕੀ ਕਹਿੰਦੀ ਹੈ ਆਪਣੇ ਕੋਲੇ
15 ਸੈਂਟੀਮੀਟਰ ਦਾ 2 मीटर नाल। इत्थे इकाई की है सेंटीमीटर, इत्थे की है मीटर। वड्डी इकाई किहड़ी है? मीटर है। ते आपां नूं पता है 1 मीटर दे विच 100 सेंटीमीटर हुंदे हैं, तां फिर 2 मीटर दे विच किन्ने हो गए? 200 सेंटीमीटर हो गए। तो क्वेश्चन की बन गया? असल च आपां फिर की पता करना है? 15 सेंटीमीटर का 200 सेंटीमीटर के नाल अनुपात पता करना है। 15 अनुपात 200 दोनों किहड़े पहाड़े ते वंडे गए? 5 ते। 5 ते वंडे जाते हैं ना, 5 नाल वंडिया, 15 नूं 5 नाल वंडिया 3, इनू वंडिया 40। हुणे किसी भी पहाड़ ते नहीं वंडे जाते, तो इनू हल करके कितना आ गया? 3 अनुपात 40। तो ये जो आपां क्वेश्चन किया सी, ये आपां गल कीती सी अनुपात नू हल करना सरलतम रूप च किवें लैके आने। हुण आपां जो अगे गल करनी है अनुपात दे अगले दी, तुल अनुपात। जो आपां गल करनी है वो गल करनी है तुल अनुपात। इक्विवेलेंट रेशो आपां इस दी गल करनी है। उदाहरण है 12 अनुपात 18 2 ते वंडिया, 6 अनुपात 9 3 ते वंडिया, 2 अनुपात 3। आपां इस अकॉर्डिंग एक उदाहरण नूं हल किया है। हुण तक आपां उदाहरण लईआं ने हल किया है कि इहनूं आपां इहदे विच बदल लिया, क्योंकि आंसर ते कोई फर्क नहीं पैंदा। इहदे नूं फिर इदां वंड कीती संख्या नाल, आंसर ते कोई फर्क नहीं पैंदा। तां क्योंकि इन्हां दी कीमत बराबर है, तां जिहड़ियां तिन्नों राशियां ने इन्हां नूं की बोलदे ने? तुल अनुपात, इक्विवेलेंट रेशो। हाँ, जदों आपां एक अनुपात दी किसी निश्चित संख्या दे नाल गुना या वंड करके उन्होंने हल करते हैं, तो असल दे विच आपां उसदी तुल अनुपात कढ़दे। उन्होंने की टर्म नूं बोलदे ने? तुल अनुपात, इक्विवेलेंट रेशो। उदाहरण मैं दे रहा, हुण मैं उल्टा चल रहा। आपां एक उदाहरण लै ली 1 अनुपात 2। तां इनू आपां कोई भी एक फिक्स संख्या ले लो, कोई भी 2 3 4 5 6 7 8 10 20 50, जो तुहाडा मन है तुसी कोई भी संख्या लैके इनू गुना कर दो। आपां की कीती? 2 नाल गुना करते हैं। सब तो पहला 2 नाल गुना की, तो यह आ गया 2 अनुपात 4। 2 एकम 2, 2 दूनी 4, यही किते ना। हुण आपां इनू की कर रहे हैं? 3 नाल गुना कर रहे हैं। जो 3 नाल गुना करांगे, 3 एकम 3, 2 तिया 6, तो ये सारे की ने? तुल अनुपात ने, क्योंकि इन्हां दा आंसर सेम है। तुलना हो रही है। देखो देखो तुलना च की हुंदा है? जे आपां इहदी एक मात्रा ले रहे हैं, इहदियां 2 ले रहे हैं, तो फिर डबल च की हो गया? इहदियां 2 ले लिया, इहदियां 4 ले लिया। अगर ट्रिपल करता, इहदियां 3 ले लिया, उहदियां की ले लिया? 6 ले लिया। तो ये सारे की हुंदे ने? तुल अनुपात हुंदे ने। तो क्वेश्चन अपने कोल एक बड़ा वधिया बन सकता है। उदाहरण हेठां लिखियां दे 3 तुल अनुपात पता करो। कुछ भी लिख लिया, 5 अनुपात 7 आ ले लिया। तो फिर की करांगे? एक बार इनू 2 नाल गुना कर देंगे, क्योंकि 1 नाल गुना करने से कोई फर्क नहीं पैना। तो पहला तुल अनुपात की आ गया? 10 अनुपात 14। इनू आपां 3 नाल गुना कर देंगे। अगला कितना आ गया? 15 अनुपात 21। आपां 4 नाल गुना कर देंगे, 5 नाल गुना कर देंगे, 6 नाल गुना कर देंगे। तो इस तरीके नाल जदों एक फिक्स राशि नाल आपां गुना या वंड करते हैं ना, तो वो जिहड़ियां अनुपात आंदे ने, वो संख्यावां आंदियां ने, वो असल दे विच की हुंदियां ने? तुल अनुपात हुंदे ने। वो की हुंदे ने असल दे विच? तुल अनुपात हुंदे ने। हुण इहनूं आपां यूज़ किवें करांगे? ये बहुत इंपॉर्टेंट चीज़ है कि असल दे विच किवें यूज़ करांगे। ये जो अपनियां इकाई विधियां ने, ये उस बड़ियां काम आंदियां। आपां एक उदाहरण लेके चलते हैं। उदाहरण, जे 5 पैना दा मुल 35 रुपए है, तां अजिहे 8
ਪੈਨਾਂ ਦਾ ਮੁੱਲ ਪਤਾ ਕਰੋ। ਆ ਇੱਕ ਇਕਾਈ ਵਿਧੀ ਹੈ, ਇਹਦੇ ਵਿੱਚ ਆਪਾਂ ਤੁੱਲ ਭਿੰਨ ਦੀ ਵਰਤੋਂ ਕਰਦੇ ਹਾਂ। ਕਿਵੇਂ ਕਰਦੇ ਹਾਂ, ਮੈਂ ਇਹਨੂੰ ਦੋ ਤਰੀਕਿਆਂ ਨਾਲ ਹੱਲ ਕਰਦਾ, ਦੋਨੇ ਸਮਝਾਣਾ। ਪਹਿਲੀ ਲਾਈਨ ਆ ਹੈ 5 ਪੈਨਾਂ ਦਾ ਮੁੱਲ ਬਰਾਬਰ ਹੈ 35 ਰੁਪਏ। ਤੁਸੀਂ ਮਾਰਕੀਟ 'ਚ ਗਏ, 5 ਪੈਨ ਖਰੀਦ ਲਏ ਇੱਕੋ ਨਾਲ ਦੇ, ਤੇ 5 ਪੈਨਾਂ ਦੇ ਟੋਟਲ 35 ਰੁਪਏ ਦੇ ਆਏ, ਤਾਂ ਫਿਰ ਇੱਕ ਪੈਨ ਦਾ ਕਿੰਨਾ ਮੁੱਲ ਹੋਊਗਾ? ਇੱਕ ਪੈਨ ਦੇ ਕਿੰਨੇ ਰੁਪਏ ਦੇ ਕੇ ਆਉਂਗੇ? 7 ਰੁਪਏ। 5 ਦੇ ਨਾਲ ਆਪਾਂ ਕੀ ਕਰ ਦਾਂਗੇ? ਵੰਡ ਕਰ ਦਾਂਗੇ। ਸਹੀ ਹੈ ਨਾ? 5 ਪੈਨ ਬਾਜ਼ਾਰ 'ਚ ਗਏ, ਇੱਕੋ ਨਾਲ ਦੇ ਤੁਸੀਂ 5 ਪੈਨ ਆਪਣੇ ਲਈ ਖਰੀਦ ਲਏ, ਤਾਂ ਇਹਦਾ ਮਤਲਬ ਹਰੇਕ ਪੈਨ ਕਿੰਨੇ ਕਿੰਨੇ ਦਾ ਹੋਊਗਾ? 7-7 ਰੁਪਏ ਦਾ ਹੋਊਗਾ। ਤਾਂ ਹੀ 5 ਪੈਨਾਂ ਦਾ ਮੁੱਲ ਕਿੰਨਾ ਹੋ ਗਿਆ? 35 ਹੋ ਗਿਆ। ਤੇ ਆਪਾਂ ਨੂੰ ਅਜਿਹੇ ਕਿੰਨੇ ਪੈਨ ਲੈ ਕੇ ਆਏ ਸੀ? 8। ਤਾਂ 8 ਪੈਨਾਂ ਦਾ ਮੁੱਲ ਦੇਖੋ ਇੱਥੇ ਕੀ ਹੋਇਆ? ਇੱਕ ਪੈਨ ਦਾ ਮੁੱਲ 7 ਰੁਪਏ, ਤਾਂ ਫਿਰ 8 ਦਾ ਕਿੰਨਾ ਹੋਊਗਾ? 7 ਗੁਣਾ 8। ਆਪਾਂ ਕਿੰਨੇ ਰੁਪਏ ਉਹਨਾਂ ਨੂੰ ਦੇ ਕੇ ਆਵਾਂਗੇ? ਦੁਕਾਨਦਾਰ ਨੂੰ 56 ਰੁਪਏ ਆਪਾਂ ਨੂੰ ਦੇ ਕੇ ਆਣੇ ਪੈਣਗੇ। ਇਹ ਤਾਂ ਹੋ ਗਈ ਇਕਾਈ ਵਿਧੀ। ਹੁਣ ਇੱਕ ਦੂਸਰਾ ਤਰੀਕਾ, ਅਗਰ ਤੁਸੀਂ ਇਹਨੂੰ ਅਨੁਪਾਤ, ਜਿਹੜੇ ਆਪਾਂ ਤੁੱਲ ਅਨੁਪਾਤ ਦੀ ਗੱਲ ਕੀਤੀ ਹੈ ਕਿ ਆਨਸਰ ਤੇ ਕੋਈ ਫਰਕ ਨਹੀਂ ਪੈਂਦਾ, ਉਹ ਕਿਵੇਂ ਲੈ ਕੇ ਚੱਲਾਂਗੇ? ਦੇਖੋ ਕੀ ਕਿਹਾ, ਆਪਣੇ ਕੋਲੇ ਪੈਨ ਹੈ ਤੇ ਉਹਨਾਂ ਦਾ ਮੁੱਲ ਹੈ। ਪਹਿਲੀ ਲਾਈਨ 'ਚ ਕਹਿੰਦੇ 5 ਪੈਨਾਂ ਦਾ ਮੁੱਲ 35 ਰੁਪਏ ਹੈ ਨਾ? 5 ਪੈਨਾਂ ਦਾ ਮੁੱਲ ਕੀ ਹੈ? 35 ਰੁਪਏ ਹੈ। ਅਜਿਹੇ 8 ਪੈਨਾਂ ਦਾ ਮੁੱਲ ਪਤਾ ਕਰਨਾ ਹੈ। ਫਿਲਹਾਲ ਮੈਨੂੰ ਐਜ਼ ਇਟ ਇਜ਼ ਲਿਖ ਰਿਹਾ। ਕੁਐਸਚਨ ਕਿਵੇਂ ਕਰਾਂਗੇ? 5 ਪੈਨਾਂ ਦਾ ਮੁੱਲ 35 ਰੁਪਏ, ਤਾਂ ਇਹ ਹੋ ਗਿਆ 5 ਅਨੁਪਾਤ 35। ਦੋ ਰਾਸ਼ੀਆਂ ਹੋ ਗਈਆਂ ਨਾ? ਦੋਨੋਂ ਕਿਹੜੇ ਪਹਾੜੇ ਤੇ ਵੰਡੇ ਗਏ? 5 ਤੇ। 5 ਏਕਮ 5, 7 5 35। ਠੀਕ ਹੋ ਗਿਆ? 1 ਅਨੁਪਾਤ 7। ਲੇਕਿਨ ਆਪਾਂ ਨੂੰ ਕਿੰਨੇ ਪੈਨ ਚਾਹੀਦੇ ਨੇ? 8। ਇੱਕ ਦੀ ਕਿੰਨੇ ਨਾਲ ਗੁਣਾ ਕਰੀਏ? 8 ਆਊਗਾ। ਗੁਣਾ, ਸਿਰਫ ਗੁਣਾ ਜਾਂ ਵੰਡ ਕਰਨੀ ਹੈ। 8 ਨਾਲ ਗੁਣਾ ਕੀਤਾ ਤਾਂ ਕਿੰਨਾ ਆਨਸਰ ਆ ਗਿਆ? 56। 5 ਦਾ 35 ਸੀ, 8 ਦਾ ਕਿੰਨਾ ਹੋ ਗਿਆ? 56। ਗੱਲ ਉਹੀ ਹੈ, ਫਰਕ ਨਹੀਂ ਕੋਈ ਪਿਆ। ਕੀ ਕੀਤਾ ਮੈਨੇ? ਦੇਖੋ ਆਪਾਂ ਨੂੰ 5 ਪੈਨਾਂ ਦਾ ਮੁੱਲ 35 ਦਿੱਤਾ ਸੀ, ਤਾਂ ਇਹਦਾ ਮਤਲਬ ਜਦੋਂ ਆਪਾਂ ਰੇਸ਼ੋ 'ਚ ਲੈ ਕੇ ਚੱਲਾਂਗੇ, ਅਨੁਪਾਤ 'ਚ ਲੈ ਕੇ ਚੱਲਾਂਗੇ, ਇਹ ਹੋ ਗਿਆ 5 ਅਨੁਪਾਤ 35। ਦੋਨੋਂ 5 ਦੇ ਪਹਾੜੇ ਤੇ ਵੰਡੇ ਗਏ। 5 ਏਕਮ 5 ਅਨੁਪਾਤ 7। ਤਾਂ ਇੱਕ ਪੈਨ ਦਾ ਮੁੱਲ ਕਿੰਨਾ ਹੋ ਗਿਆ? 7 ਰੁਪਏ। ਆਪਾਂ ਕਿੰਨੇ ਪੈਨਾਂ ਦਾ ਕੱਢਣਾ? 8 ਦਾ। ਹੁਣ ਇਹਨਾਂ ਦਾ ਆਪਸ 'ਚ ਸਿਰਫ ਗੁਣਾ ਜਾਂ ਵੰਡ 'ਚ ਕਿੰਨੇ ਨਾਲ ਗੁਣਾ ਕੀਤੀ ਆਪਾਂ? 8 ਨਾਲ। ਤਾਂ ਇਹਦੇ ਵੀ ਆਪਾਂ ਕਿਹਦੇ ਨਾਲ ਗੁਣਾ ਕਰਾਂਗੇ? 8 ਨਾਲ। ਤਾਂ ਕਿੰਨਾ ਆਨਸਰ ਆ ਗਿਆ? 56। ਮੈਥਡ ਇਹ ਵਧੀਆ ਹੈ, ਪਰ ਮੈਂ ਤੁਹਾਨੂੰ ਸਿਰਫ ਇਹ ਦੱਸਿਆ ਹੈ ਤੁੱਲ ਪਿੰਨਾਂ ਦਾ ਇਸ ਨਾਲ ਕੀ ਕਨਸੈਪਟ ਹੈ, ਕਿਉਂਕਿ ਦਿਮਾਗ 'ਚ ਇਹ ਆ ਸਕਦਾ ਹੈ ਤੁੱਲ ਅਨੁਪਾਤ ਕਿਵੇਂ ਵਰਤਿਆ ਜਾ ਸਕਦਾ, ਤਾਂ ਉਹ ਇਸ ਤੁੱਲ ਅਨੁਪਾਤ ਨੂੰ ਆਪਾਂ ਵਰਤ ਸਕਦੇ ਹਾਂ। ਆਪਾਂ ਹੋਰ ਉਦਾਹਰਨ ਲੈ ਕੇ ਚੱਲਦੇ ਹਾਂ। ਜੇ 3 ਕਿਲੋਗ੍ਰਾਮ ਸੇਬਾਂ ਦਾ ਮੁੱਲ 120 ਰੁਪਏ ਹੋਵੇ ਤਾਂ 7 ਕਿਲੋਗ੍ਰਾਮ ਸੇਬਾਂ ਦਾ ਮੁੱਲ ਕਿੰਨਾ ਹੋਵੇਗਾ? ਹਾਂਜੀ, ਆਪਣੇ ਕੋਲ ਹੁਣ ਆਹ ਲਾਈਨ ਦੇਤੀ, ਜੇ 3 ਕਿਲੋਗ੍ਰਾਮ ਸੇਬਾਂ ਦਾ ਮੁੱਲ 120 ਰੁਪਏ ਹੋਵੇ ਤਾਂ 7। ਪਹਿਲੀ ਲਾਈਨ 3 ਕਿਲੋਗ੍ਰਾਮ ਸੇਬਾਂ ਦਾ ਮੁੱਲ 120 ਰੁਪਏ, ਤਾਂ ਫਿਰ 1 ਕਿਲੋਗ੍ਰਾਮ ਸੇਬ ਦਾ ਕਿੰਨਾ ਹੋ ਗਿਆ? 3 ਕਿਲੋਗ੍ਰਾਮ ਸੇਬ ਆਪਾਂ 120 ਰੁਪਏ ਦੇ ਖਰੀਦ ਲਿਆਏ, ਤਾਂ ਫਿਰ 1 ਕਿਲੋਗ੍ਰਾਮ ਕਿੰਨੇ ਦਾ ਹੋਊਗਾ? ਆਪਾਂ ਵੰਡ ਕਰ ਦਾਂਗੇ। 1 ਕਿਲੋਗ੍ਰਾਮ ਦਾ ਮੁੱਲ ਕਿੰਨਾ ਹੋਣਾ ਹੈ? 40 ਰੁਪਏ। ਆਪਾਂ ਕਿੰਨੇ ਸੇਬਾਂ ਦਾ ਕੱਢਣਾ ਹੈ? 7 ਕਿਲੋਗ੍ਰਾਮ ਦਾ, ਤਾਂ ਫਿਰ 7 ਦਾ ਕਿੰਨਾ ਹੋਣਾ ਹੈ? 280। ਇਹ ਹੋ ਗਈ ਆਪਣੇ ਕੋਲੇ ਇਕਾਈ ਵਿਧੀ। ਅਨੁਪਾਤ ਦਾ ਸਿਸਟਮ ਜਿਵੇਂ ਆਪਾਂ ਕੀਤਾ ਸੀ, ਇੱਥੇ ਸੇਬ ਹੈ, ਇੱਥੇ ਮੁੱਲ ਹੈ। 3 ਕਿਲੋਗ੍ਰਾਮ ਸੇਬਾਂ ਦਾ ਮੁੱਲ 120 ਹੈ। ਦੋਨੋਂ 3 ਦੇ ਪਹਾੜ ਤੇ ਵੰਡੇ ਗਏ ਹੈ ਨਾ? ਤਾਂ ਇੱਕ ਸੇਬ ਦਾ ਮੁੱਲ ਕਿੰਨਾ ਹੋਗਾ? ਦੇਖੋ ਬਿਲਕੁਲ ਐਜ਼ ਇਟ ਇਜ਼ ਚੱਲ ਰਹੀ ਹੈ ਚੀਜ਼। ਇੱਕ ਸੇਬ ਦਾ ਮੁੱਲ ਕਿੰਨਾ ਹੋ ਗਿਆ? 40।
ਆਪਾਂ ਕਿੰਨੇ ਕਿਲੋਗ੍ਰਾਮ ਦਾ ਕੱਢਣਾ 7 ਕਿਲੋਗ੍ਰਾਮ ਦਾ, ਤਾਂ ਇਹਦਾ ਮਤਲਬ 7 ਨਾਲ ਆਪਾਂ ਨੂੰ ਕੀ ਕਰਨੀ ਪਊਗੀ ਗੁਣਾ, ਤਾਂ ਕਿੰਨਾ ਆ ਗਿਆ 280। ਤਾਂ 7 ਕਿਲੋਗ੍ਰਾਮ ਸੇਬਾਂ ਦਾ ਜਿਹੜਾ ਮੁੱਲ ਆ ਗਿਆ ਕਿੰਨਾ ਆ ਗਿਆ 2